Hello, everyone. Thank you for your support to all the videos and all the requests that we do. And thank you for connecting to us. It's always um, from the core of my heart. I have requested you things over the time, and they have been support that overflows throughout Australia and outside Australia as well. ਅੱਜ ਵੀ ਮੈਂ ਗੱਲ ਕਰਾਂਗੀ ਪੰਜਾਬੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਜਿਹੜੀ ਗੱਲ ਕਰਨ ਜਾ ਰਹੀ ਹਾਂ ਅੱਜ ਮੈਂ ਕਿਸੇ ਆਪਣੀ ਆਸਟ੍ਰੇਲੀਆ ਦੇ ਵਿੱਚ ਵਸਦੀ ਭੈਣ ਦੀ ਗੱਲ ਨਹੀਂ ਕਰੂੰਗੀ ਅੱਜ ਗੱਲ ਕਰਾਂਗੀ ਦੋ ਭਰਾਵਾਂ ਦੀ ਇੱਕ ਉਹ ਭਰਾ ਜਿਹੜਾ ਅਰਸ਼ਾਂ ਤੇ ਹੈ ਤੇ ਇੱਕ ਉਹ ਭਰਾ ਜਿਹੜਾ ਸਾਡੇ ਵਿੱਚ ਮੌਜੂਦ ਹਨ ਦਿਲ ਦਹਿਲਾਉਣ ਵਾਲਾ ਇੱਕ ਇਨਸੀਡੈਂਟ ਉਦੋਂ ਹੁੰਦਾ ਦਿਲ ਦਹਿਲਾਉਣ ਵਾਲੀ ਇੱਕ ਖਬਰ ਉਹ ਹੁੰਦੀ ਹੈ ਜਦੋਂ ਤੁਸੀਂ ਘਰ ਬੈਠੇ ਹੋ ਰੋਟੀ ਦਾ ਟੁਕੜਾ ਤੁਹਾਡੇ ਹੱਥ 'ਚ ਹੈ ਤੇ ਤੁਸੀਂ ਆਪਣੇ ਵੀਰ ਦਾ ਇੰਤਜ਼ਾਰ ਕਰ ਰਹੇ ਹੋ ਕਿ ਵੀਰ ਮੇਰਾ ਆਊਗਾ ਤੇ ਆ ਕੇ ਮੇਰੇ ਨਾਲ ਮੇਰੀ ਥਾਲ 'ਚੋਂ ਰੋਟੀ ਖਾਊਗਾ ਤੇ ਅਸੀਂ ਸਾਂਝੀਆਂ ਦਿਨ ਦੀਆਂ ਜੋ ਗੱਲਾਂ ਹੋਈਆਂ ਉਹ ਕਰਾਂਗੇ ਬਟ ਵੀਰ ਫਿਜ਼ੀਕਲੀ ਨਹੀਂ ਆਉਂਦਾ ਵੀਰ ਨਾ ਦੀ ਇੱਕ ਖਬਰ ਆਉਂਦੀ ਹੈ ਜਿਹੜੀ ਖਬਰ ਅਸੀਂ ਐਜ਼ ਅ ਭਰਾ ਨਾ ਕਦੀ ਸੋਚਣਾ ਚਾਹੁੰਦੇ ਆ ਨਾ ਕਦੀ ਸੁਣਨਾ ਚਾਹੁੰਦੇ ਆ ਤੇ ਜਦੋਂ ਉਹ ਖਬਰ ਸਾਡੇ ਕੋਲ ਆਉਂਦੀ ਹੈ ਕਿ ਇੱਕ ਵੀਰ ਸਦਾ ਲਈ ਸਾਡੇ ਤੋਂ ਵਿਛੜ ਚੁੱਕਾ ਹੈ ਤਾਂ ਦੂਜੇ ਦੇ ਦਿਲ ਤੇ ਕੀ ਬੀਤਦੀ ਆ ਔਰ ਉਹ ਸਾਰੀ ਉਮਰ ਅਸੀਂ ਉਸ ਦੁੱਖ ਨੂੰ ਉਸ ਦਰਦ ਨੂੰ ਕਿੱਦਾਂ ਹਟਾਉਣਾ ਹੁੰਦਾ ਹੈ 1 ਮਿੰਟ ਦੇ ਵਿੱਚ ਉਹ ਪੂਰੀ ਰੀਲ ਸਾਡੀ ਅੱਖਾਂ ਦੇ ਅੱਗੇ ਚੱਲ ਜਾਂਦੀ ਹੈ ਰੱਬ ਨਾ ਕਰੇ ਕਦੀ ਵੀ ਕਿਸੇ ਦੇ ਦਿਲ ਦੇ ਵਿੱਚ ਜਾਂ ਕਦੀ ਵੀ ਕਿਸੇ ਦੇ ਜ਼ਿੰਦਗੀ ਦੇ ਵਿੱਚ ਇਹ ਖਿਆਲ ਆਵੇ ਜਾਂ ਇਹ ਘੜੀ ਆਵੇ ਪਰ ਕੁਦਰਤ ਦੇ ਉੱਤੇ ਜਾਂ ਦੁਨੀਆ ਦੇ ਉੱਤੇ ਜਾਂ ਰੱਬ ਦੀ ਮਰਜ਼ੀ ਦੇ ਉੱਤੇ ਸਾਡਾ ਕੋਈ ਹੱਥ ਵੱਸ ਨਹੀਂ ਚੱਲਦਾ ਤੇ ਗੱਲ ਕੀ ਹੁੰਦੀ ਹੈ ਅਸੀਂ ਜਿਹੜੀ ਉਹ ਇੰਗਲਿਸ਼ ਦੀ ਗੱਲ ਹੈ ਕਿ ਮੂਵ ਔਨ ਹੈਗੀ ਹੈ ਮੂਵ ਔਨ ਕਰਨਾ ਪੈਂਦਾ ਲਾਈਫ ਮਸਟ ਗੋ ਔਨ ਉਸ ਲਾਈਫ ਦੇ ਵਿੱਚ ਸਾਡੇ ਆਪਣੇ ਆਪ ਨੂੰ ਇਨਵੋਲਵ ਕਰਦੇ ਆ ਪਰਿਵਾਰ ਨੂੰ ਬੱਚਿਆਂ ਨੂੰ ਇਨਵੋਲਵ ਕਰਦੇ ਆ ਇੱਕ ਪੂਰੀ ਜ਼ਿੰਦਗੀ ਸਮੇਟ ਕੇ ਇੱਕ ਪਲ ਦੇ ਵਿੱਚ ਖੜੀ ਕਰਨੀ ਫਿਰ ਉਹਨੂੰ ਖੜੀ ਕਰਦੀ ਨੂੰ ਚਲਾਉਣਾ ਬਹੁਤ ਔਖਾ ਹੈ ਮੈਨੂੰ ਇੱਥੇ ਬਹਿ ਕੇ ਇਹ ਗੱਲ ਕਰਨੀ ਇੰਨੀ ਔਖੀ ਲੱਗ ਰਹੀ ਹੈ ਜਿਨ੍ਹਾਂ ਦੇ ਬੀਤ ਉਹਨਾਂ ਨੂੰ ਹੰਡਾਣੀ ਹੋਰ ਵੀ ਔਖੀ ਹੈ ਮੇਰੇ ਨਾਲ ਅੱਜ ਹਰਦੀਪ ਜੀ ਨੇ ਇਹਨਾਂ ਨੂੰ ਪਿੱਛੇ ਜੇ ਮੈਲਬਨ ਦੇ ਵਾਸਨਿਕ ਨੇ ਇਹਨਾਂ ਨੂੰ ਪਿੱਛੇ ਜੇ ਇਦਾਂ ਦੀ ਹੀ ਖਬਰ ਆਈ ਆਪਣੇ ਭਰਾ ਦੀ ਮੈਂ ਉਹਨਾਂ ਨੂੰ ਇਹ ਪਲੇਟਫਾਰਮ ਦਿੰਨੀ ਆ ਕਿ ਉਹ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਰੱਖਣ ਤੁਸੀਂ ਅੱਜ ਤੱਕ ਸਾਡੀ ਹਰ ਪੱਖ ਤੋਂ ਮਦਦ ਕਰਦੇ ਆਏ ਹੋ ਅੱਜ ਵੀ ਉਸ ਮਦਦ ਦੀ ਗੁਹਾਰ ਹੈ ਜਿਹੜੀ ਮੈਂ ਪੂਰੇ ਆਸਟ੍ਰੇਲੀਆ 'ਚ ਵਸਦੇ ਜਿੰਨੇ ਵੀ ਸਾਡੇ ਭਾਈ ਭੈਣ ਨੇ ਜਿੰਨੇ ਵੀ ਜਿੱਥੋਂ ਵੀ ਆਏ ਨੇ ਚਾਹੇ ਉਹ ਇੰਡੀਆ ਦੇ ਕਿਸੇ ਕੋਨੇ ਤੋਂ ਆਏ ਹੋਣ ਉਹਨਾਂ ਨੂੰ ਖਾਸ ਤੌਰ ਤੇ ਹੱਥ ਜੋੜ ਕੇ ਅਪੀਲ ਕਰਦੀਆਂ ਇੱਕ ਮਦਦ ਦੀ ਗੁਹਾਰ ਲਾਉਣੀ ਆ ਮੇਰੇ ਵੀਰ ਜੋ ਕਿ ਹਰਦੀਪ ਜੀ ਹੈ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਗੱਲ ਸਮਝੋ ਤੇ ਆਪਣੇ ਵੱਲੋਂ ਜਿੰਨੀ ਬਣਦੀ ਮਦਦ ਹੈ ਉਹ ਜ਼ਰੂਰ ਦਿਓ ਹਰਦੀਪ ਜੀ ਜਿਹੜੀ ਗੱਲ ਹੈਗੀ ਹੈ ਤੁਹਾਡੀ ਮਨੋ ਅਵਸਥਾ ਮੈਂ ਸਮਝ ਸਕਦੀ ਹਾਂ ਸਾਡੇ ਨਾਲ ਜਿੰਨੇ ਜੁੜੇ ਨੇ ਉਹ ਸਾਰੇ ਸਮਝ ਸਕਦੇ ਨੇ ਹਾਂਜੀ ਟੇਕ ਯੂਰ ਟਾਈਮ ਹਾਂਜੀ ਜੋ ਅਪੀਲ ਜੋ ਰਿਕੁਐਸਟ ਜੋ ਹਾਰਟ ਅਪੀਲਿੰਗ ਹਾਰਟ ਵਾਰਮਿੰਗ ਰਿਕੁਐਸਟ ਜਿਹੜੀ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ ਪਲੀਜ਼ ਗੋ ਹੈਡ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਮਦਦ ਦੇਣ ਦੀ ਪਹਿਲੀ ਗੱਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਇਹ ਸੁਣ ਰਹੇ ਨੇ ਤੇ ਇਹ ਲਾਈਕ ਇਹ ਸਭ ਤੋਂ ਜ਼ਿਆਦਾ ਕਠਿਨ ਮੌਕਾ ਸੀਗਾ ਸਾਡੇ ਵਾਸਤੇ ਹੁਣ ਮੇਰਾ ਬ੍ਰਦਰ ਜੋ ਹੈਗਾ ਉਹ 3 ਸਾਲ ਪਹਿਲੇ ਆਇਆ ਸੀ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਤੇ ਉਹਨੇ ਆ ਕੇ ਪੜ੍ਹਾਈ ਖਤਮ ਕੀਤੀ ਹੈ ਮਾਰਚ ਵਿੱਚ 2020 ਵਿੱਚ ਤੇ ਪੜ੍ਹਾਈ ਖਤਮ ਦੇ ਬਾਅਦ ਉਹਨੂੰ ਜੌਬ ਲੱਗਣ ਵਾਲੀ ਸੀ ਤੇ ਉਹਦਾ 485 ਵੀਜ਼ਾ ਵੀ ਆ ਗਿਆ ਸੀ ਉਹ ਵੀਜ਼ਾ ਆਉਣ 1 ਹਫ਼ਤਾ ਪਹਿਲੇ ਹੀ ਆਇਆ ਸੀ ਤੇ ਫਿਰ ਹੁਣ ਜਿੱਦਾਂ ਉਹ ਸ਼ੈਫ ਦਾ ਕੰਮ ਕਰਦਾ ਸੀ ਲੇਕਿਨ ਡਿਊ ਟੂ ਦਿਸ ਕਰੰਟ ਸਿਨਾਰੀਓ ਸ਼ੈਫ ਦੀ ਜੌਬ ਨਹੀਂ ਮਿਲ ਰਹੀ ਸੀ ਤੇ ਇਸ ਕਰਕੇ ਉਹਨੇ ਉਬਰ ਈਟਸ ਚਲਾਉਣ ਦਾ ਫੈਸਲਾ ਕੀਤਾ ਸੀ ਜਦੋਂ ਉਬਰ ਈਟਸ ਚਲਾਉਂਦਾ ਸੀ ਰੋਜ਼ ਰਾਤੀ ਆ ਕੇ ਆਪਣੀ ਰੋਟੀ ਖਾ ਕੇ ਸੋ ਜਾਂਦਾ ਸੀ ਤੇ ਅਸੀਂ ਸੋ ਜਾਂਦੇ ਸੀ ਆਪਣੇ ਆਪ ਬਟ ਇੱਕ ਰਾਤ ਇਸਦਾ ਕੀ ਆਈ ਕਿ 5 ਸਤੰਬਰ 2020 ਇਹ ਰਾਤ ਨੂੰ 9 ਵਜੇ ਉਹ ਆਇਆ ਸੀ ਘਰ ਉਹਨੇ ਕਿਹਾ ਭਾਈ ਮੈਂ ਹੋਰ $50 ਕਮਾ ਕੇ ਫਿਰ ਆ ਜਾਂਦਾ ਮੈਂ ਕਿਹਾ ਚੱਲ ਕੋਈ ਨਹੀਂ ਆ ਜਾ ਤੂੰ ਆਰਾਮ ਨਾਲ
ਤੇ 10 ਵਜੇ ਮੈਂ ਫੋਨ ਕੀਤਾ, ਮੈਂ ਕਿਹਾ ਕਿੱਥੇ ਹੈਗਾ? ਬੋਲਦਾ ਬਸ ਮੈਂ 90 ਕਮਾ ਲਈਏ, 100 ਬਣ ਜਾਣਗੇ, ਉਸੇ ਟਾਈਮ ਮੈਂ ਘਰ ਪਹੁੰਚ ਜਾਣਾ। ਮੈਂ ਕਿਹਾ ਠੀਕ ਹੈ, ਫਿਰ ਮੈਂ ਤੇ ਸੌਂਦਾ, ਤੇਰੀ ਰੋਟੀ ਪਈ ਹੈ, ਤੂੰ ਖਾ ਲੈਣਾ ਆ ਕੇ। ਤੇ ਫਿਰ ਉਸ ਰਾਤ ਉਹ ਪਹੁੰਚਿਆ ਨਹੀਂ ਘਰ। ਸਵੇਰੇ 7:30 ਵਜੇ ਸਾਨੂੰ ਖਬਰ ਆਈ ਹੈ, ਪੁਲਿਸ ਆਈ ਘਰ ਕਹਿਣ ਵਾਸਤੇ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ। ਮੈਨੂੰ ਲੱਗਿਆ ਕਿਹੜੀ ਗੱਡੀ ਦਾ ਐਕਸੀਡੈਂਟ, ਮੈਨੂੰ ਲੱਗਿਆ ਗੱਡੀ ਚੋਰੀ ਹੋ ਗਈ ਹੋਣੀ। ਲੇਕਿਨ ਉਹਨਾਂ ਨੇ ਕਿਹਾ ਕਿ ਉਹ ਗੱਡੀ ਵਿੱਚ ਜੋ ਸੀਗਾ, ਐਕਚੁਅਲੀ ਗੱਡੀ ਮੇਰੇ ਨਾਂ ਤੇ ਰਜਿਸਟਰ ਸੀ, ਇਸ ਕਰਕੇ ਮੇਰੇ ਘਰ ਪੁਲਿਸ ਆਈ ਸੀ। ਤੇ ਉਹਨਾਂ ਨੇ ਕਿਹਾ ਕਿ ਜੋ ਗੱਡੀ ਵਿੱਚ ਸੀਗਾ ਉਹ ਔਨ ਦਾ ਸਪੌਟ ਉਹਦੀ ਡੈਥ ਹੋ ਗਈ। ਮੈਂ ਭੱਜ ਕੇ ਆਇਆ ਬ੍ਰਦਰ ਦੇ ਰੂਮ ਵਿੱਚ ਵੇਖਣ ਵਾਸਤੇ, ਵੇਖਿਆ ਉਹ ਆਇਆ ਹੀ ਨਹੀਂ ਸੀ ਰਾਤੀ। ਤੇ ਸਵੇਰੇ ਉਹਦੀ ਖਬਰ ਆਈ ਖਾਲੀ ਕਿ ਉਹ ਜਾ ਚੁੱਕਿਆ। ਉਹ ਖਾਲੀ 27 ਸਾਲਾਂ ਦਾ ਮੁੰਡਾ ਸੀਗਾ, ਸਿੰਗਲ ਸੀਗਾ, ਮਾਂ-ਬਾਪ ਦਾ ਲਾਡਲਾ ਸੀ ਤੇ ਪੇਰੈਂਟਸ ਨੂੰ ਪੂਰਾ ਸਪੋਰਟ ਕਰਦਾ ਸੀ। ਉਹ ਮਮ ਦੇ ਨਾਲ 10:30 ਵਜੇ ਉਹਨੇ ਗੱਲ ਕੀਤੀ, ਕਹਿੰਦਾ ਬਸ 10 ਮਿੰਟ ਰੁਕ ਜਾਓ, ਮੇਰੀ ਲਾਸਟ ਡਿਲੀਵਰੀ ਹੈਗੀ, ਮੈਂ ਕਰਕੇ ਘਰ ਜਾ ਕੇ ਆਰਾਮ ਨਾਲ ਗੱਲ ਕਰਦਾ। ਉਹ 10 ਮਿੰਟ ਆਏ ਨਹੀਂ, ਮਮ ਵੇਟ ਕਰਦੀ ਰਹੇਗੀ। ਰਾਤੀ ਲੱਗਿਆ, ਸ਼ਾਇਦ ਮਮ ਨੂੰ ਲੱਗਿਆ ਕਿ ਉਹ ਸੋ ਗਿਆ ਹੋਣਾ, ਇਸ ਕਰਕੇ ਫੋਨ ਨਹੀਂ ਕੀਤਾ। ਲੇਕਿਨ ਸਾਨੂੰ ਕੀ ਪਤਾ ਸੀ ਉਹ ਹਮੇਸ਼ਾ ਵਾਸਤੇ ਸੋ ਗਿਆ ਸੀ। ਇਹ ਸਾਡੇ ਨਾਲ ਇਦਾਂ ਦਾ ਹਾਦਸਾ, ਉਹਦੀ ਕੋਈ ਗਲਤੀ ਨਹੀਂ ਸੀ, ਉਹ ਵਿਚਾਰਾ ਸਿਗਨਲ ਤੇ ਖੜਾ ਸੀ ਰਾਈਟ ਮਾਰਨ ਦੀ, ਤੇ ਪਿੱਛੋਂ ਦੀ ਗੱਡੀ ਆਈ, ਉਹਨੇ ਉਹਨੂੰ ਇੰਨੀ ਜ਼ੋਰ ਦੀ ਮਾਰਿਆ ਕਿ ਉਹ ਦੋਵੇਂ ਜਣ, ਮੈਨੂੰ ਉਹ ਬੰਦਾ ਜਿਹਨੇ ਮਾਰਿਆ ਉਹ ਵੀ ਤੇ ਮੇਰਾ ਬ੍ਰਦਰ ਦੋਵੇਂ ਦੀ ਔਨ ਦਾ ਸਪੌਟ ਡੈਥ ਹੋ ਗਈ। ਉਹ ਵੀ ਪੰਜਾਬ ਦਾ ਮੁੰਡਾ ਸੀਗਾ, 21 ਸਾਲਾਂ ਦਾ ਬੰਦਾ। ਵਿਚਾਰੇ ਉਹਦੀ ਫੈਮਿਲੀ ਤੇ ਮੈਨੂੰ ਤਰਸ ਆਂਦਾ, ਕੀ ਕਰੀਏ। ਲੇਕਿਨ ਉਹਨੇ ਗਲਤੀ ਕੀਤੀ, ਉਹਨੇ ਡਰਿੰਕ ਕਰਕੇ ਡਰਾਈਵ ਕੀਤੀ ਤੇ ਸਪੀਡ ਕਰ ਰਹੀ ਸੀ, ਤੇ ਇਸ ਕਰਕੇ ਇਹ ਐਕਸੀਡੈਂਟ ਹੋਇਆ। ਬਿਕੋਜ਼ ਉਹਨੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਰੈਡ ਸਿਗਨਲ ਤੇ, ਲੇਕਿਨ ਬ੍ਰੇਕ ਨਹੀਂ ਲੱਗੀ ਤੇ ਉਹ ਸਿੱਧਾ ਮੇਰੇ ਬ੍ਰਦਰ ਦੀ ਗੱਡੀ ਤੇ ਅੰਦਰ ਵੜ ਗਿਆ ਸੀ, ਤੇ ਉਹਦੇ ਨਾਲ ਉਸ ਕਰਕੇ ਦੋਵਾਂ ਦੀ ਗੱਡੀ ਟਰਨ ਹੋ ਗਈ ਤੇ ਦੋਵਾਂ ਨੇ ਔਨ ਦਾ ਸਪੌਟ ਡੈਥ ਹੋ ਗਈ ਸੀ। ਅਸੀਂ ਫਿਰ ਹੁਣ ਬ੍ਰਦਰ ਤੇ ਚਲਾ ਗਿਆ, ਬ੍ਰਦਰ ਨੂੰ ਤਾਂ ਮੈਂ ਵਾਪਸ ਲਾ ਨਹੀਂ ਪਾਇਆ। ਪੇਰੈਂਟਸ ਨੂੰ ਅਸੀਂ ਖਬਰ ਨਹੀਂ ਦਿੱਤੀ ਸੀ ਕਿਉਂਕਿ ਮੇਰੀ ਮਮ ਮਰੀਜ਼ ਹੈਗੀ ਪੈਰਾਲਿਸਿਸ ਦੀ, ਤੇ ਜਿੱਦਾਂ ਮੈਂ ਉਹਨਾਂ ਨੂੰ 24 ਘੰਟੇ ਬਾਅਦ ਜਦੋਂ ਖਬਰ ਦਿੱਤੀ, ਤਦੋਂ ਉਹਨਾਂ ਨੂੰ ਸਟ੍ਰੋਕ ਆ ਗਿਆ ਤੇ ਉਹਨਾਂ ਦੀ ਵੀ ਹਾਲਤ ਬੜੀ ਖਰਾਬ ਹੋ। ਹੁਣ 1 ਮਹੀਨਾ ਹੋ ਗਿਆ ਅੱਜ ਇਹ ਗੱਲ ਨੂੰ, ਤੇ ਹੁਣ ਜਾ ਕੇ ਸਾਰਿਆਂ ਦੀ ਥੋੜਾ ਜਿਹਾ ਸਟੇਬਿਲਿਟੀ ਆਈ ਹੈ। ਕਿਉਂਕਿ ਮੇਰੀ ਡਾਟਰ ਵੀ ਇੰਡੀਆ ਸਟਕ ਹੈਗੀ, ਜੋ 12 ਮਹੀਨੇ ਦੀ ਹੈਗੀ, ਕਿਉਂਕਿ ਕੋਵਿਡ ਕਰਕੇ, ਤੇ ਮੈਂ ਤੇ ਮੇਰੀ ਵਾਈਫ ਤੇ ਮੇਰੀ ਦੂਜੀ ਡਾਟਰ ਇੱਥੇ ਹੈਗੇ। ਤਾਂ ਸਾਡੇ ਉੱਤੇ ਬੜੀ ਕਠਿਨ ਘੜੀ ਹੈਗੀ ਹਾਲੇ ਤਾਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਕਿੱਦਾਂ ਕਰਕੇ ਸਾਂਭੀਏ ਤੇ ਪੇਰੈਂਟਸ ਨਾਲ ਅਸੀਂ ਜੁੜੀਏ, ਬਟ ਕੋਵਿਡ ਕਰਕੇ ਇਹ ਪੋਸੀਬਲ ਨਹੀਂ ਹੋ ਰਿਹਾ, ਬਟ ਵੀ ਆਰ ਟਰਾਈਂਗ ਆਰ ਬੈਸਟ। ਅਸੀਂ ਇਸ ਕਰਕੇ ਗੋ ਫੰਡ ਪੇਜ ਅਰੇਂਜ ਕੀਤਾ ਸੀ, ਜਿਹਦੇ ਥਰੂ ਅਸੀਂ ਐਟਲੀਸਟ, ਕਿਉਂਕਿ ਬ੍ਰਦਰ ਦੇ ਉੱਤੇ 20 ਲੱਖ ਰੁਪੀਸ ਦਾ ਲੋਨ ਸੀਗਾ, ਵਿਚ ਇਜ਼ ਅਪਰੋਕਸੀਮੇਟਲੀ $40,000 ਆਸਟ੍ਰੇਲੀਅਨ ਡਾਲਰ, ਕਿਉਂਕਿ ਹੁਣੇ ਪੜ੍ਹਾਈ ਫਿਨਿਸ਼ ਕੀਤੀ ਸੀ ਤੇ ਉਹਨੇ ਧੀਰੇ ਧੀਰੇ ਲੋਨ ਚੁਕਾਉਣਾ ਸ਼ੁਰੂ ਕਰ ਰਿਹਾ ਸੀ। ਓਬਵੀਅਸਲੀ ਲੋਨ ਤੇ ਡੈਡ ਮੇਰੇ ਕੋ ਐਪਲੀਕੈਂਟ ਸੀਗੇ ਤੇ ਨਾਲ ਸਾਡੇ ਘਰ ਦੇ ਪੇਪਰ ਰੱਖੇ ਸੀ, ਤੇ ਇਸ ਕਰਕੇ ਉਹ ਲੋਨ ਚੁਕਾਇਆ ਨਹੀਂ ਤੇ ਫਿਰ ਉਹਨਾਂ ਨੇ ਘਰ ਵੇਚ ਕੇ ਪੈਸੇ ਰਿਕਵਰ ਕਰਨੇ। ਇਹ ਇੰਡੀਆ ਦਾ ਕਾਨੂੰਨ ਆ। ਮੈਂ ਲਾਇਰ ਨਾਲ ਵੀ ਗੱਲ ਕੀਤੀ, ਲਾਇਰ ਕਹਿੰਦਾ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਕੋ ਐਪਲੀਕੈਂਟ ਹੈਗੇ ਤੇ ਨਾਲ ਗਾਰੰਟੀ ਵੀ ਹੈਗੀ। ਤੇ ਇਸ ਕਰਕੇ ਅਸੀਂ ਗੋ ਫੰਡ ਪੇਜ ਅਰੇਂਜ ਕੀਤਾ ਸੀ, ਜਿਹਦੇ ਥਰੂ ਅਸੀਂ $40,000 ਜਮ੍ਹਾਂ ਤੇ ਕਰ ਲਏ ਸੀ, ਜੋ ਕਿ ਸਾਰਿਆਂ ਦੀ ਮਦਦ ਕਰ ਜੇ, ਜਿਹਦਾ ਮੈਂ ਬਹੁਤ ਬਹੁਤ ਆਭਾਰੀ ਹਾਂ। ਜਿਨ੍ਹਾਂ ਦੋਸਤਾਂ ਨੇ ਮੇਰੀ ਮਦਦ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਮੇਰੀ ਮਦਦ ਕੀਤੀ ਹੈ, ਉਸ ਲਈ। ਬਟ ਬਸ ਹੁਣ ਅਸੀਂ ਫਿਰ ਹੁਣ ਸਾਨੂੰ ਬ੍ਰਦਰ ਦੀ ਐਕਸੈਸ ਲੈ ਜਾਣ ਵਾਸਤੇ ਵੀ ਪਰਮਿਸ਼ਨ ਨਹੀਂ ਦੇ ਰਹੀ TAC ਜੋ ਹੈਗੀ ਉਹ ਵਿਕਟੋਰੀਅਨ ਬੋਡੀ ਹੈਗੀ। ਜਿੱਦਾਂ ਤੁਹਾਡੇ ਨਿਊ ਸਾਊਥ ਵੇਲਸ ਤੇ ਸਾਊਥ ਆਸਟ੍ਰੇਲੀਆ ਵਿੱਚ ਥਰਡ ਪਾਰਟੀ ਇੰਸ਼ੋਰੈਂਸ ਕੰਪਲਸਰੀ ਹੁੰਦਾ, ਵਿਕਟੋਰੀਆ ਵਿੱਚ TAC ਆਪਣੇ ਆਪ ਕੱਢਦਾ, ਜੋ ਕਿ ਰਜਿਸਟ੍ਰੇਸ਼ਨ ਦੇ ਨਾਲ ਕੱਢਦਾ। ਤਾਂ ਅਸੀਂ ਸੋਚਿਆ ਸੀ ਕਿ ਉਹਦੇ ਥਰੂ ਸਾਨੂੰ ਐਟਲੀਸਟ ਫਿਊਨਰਲ ਤੋਂ ਕਾਸਟ ਕਵਰ ਕਰਤਾ ਉਹਨਾਂ ਨੇ, ਬਿਕੋਜ਼ ਫਿਊਨਰਲ ਵਿੱਚ ਮੇਰੇ ਪੇਰੈਂਟਸ ਆ ਨਹੀਂ ਸਕੇ ਕਿਉਂਕਿ ਉਹ ਦੂਰ ਬੈਠੇ ਨੇ ਤੇ ਕੋਵਿਡ ਦਾ ਟਾਈਮ ਕੋਈ ਫਲਾਈਟ ਨਹੀਂ, ਕੋਈ ਅਵੇਲੇਬਿਲਿਟੀ ਨਹੀਂ ਹੈ। ਬਟ ਉਹਦੀ ਲਾਸਟ ਰਿਚੁਅਲ ਵਾਸਤੇ ਮੈਂ ਉਹਦੀ ਐਸ਼ਜ਼ ਲੈ ਜਾਣਾ ਚਾਹੁੰਦਾ ਸੀ ਇੰਡੀਆ, ਜੋ ਕਿ ਫਿਊਨਰਲ ਕਾਸਟ ਦਾ ਪਾਰਟ ਬੰਦਾ, ਲੇਕਿਨ ਅਕੋਰਡਿੰਗ ਟੂ ਆਸਟ੍ਰੇਲੀਅਨ ਕਲਚਰ ਇਹ ਫਿਊਨਰਲ ਵਿੱਚ ਨਹੀਂ ਕਾਊਂਟ ਹੁੰਦਾ ਉਹਨਾਂ ਦੇ, ਤੇ ਉਹਨਾਂ ਨੇ ਮਨਾ ਕੀਤਾ ਸਿੱਧਾ, ਕਿ ਉਹਨਾਂ ਨੇ ਕਿਹਾ ਕਿ ਵੀ ਕਾਂਟ ਡੂ ਐਨੀਥਿੰਗ ਅਬਾਊਟ ਇਟ, ਯੂ ਹੈਵ ਟੂ ਡੂ ਇਟ ਯੋਰ ਵੇ।
ਮੇਰੇ ਬ੍ਰਦਰ ਦੀ ਐਸ਼ਜ਼ ਨੂੰ ਵੀ ਲਾਸਟ ਮਿੰਟ ਵੀ ਆਪਣੇ ਪੇਰੈਂਟਸ ਨੂੰ ਮਿਲਣ ਦਾ ਮੌਕਾ ਨਹੀਂ ਮਿਲ ਰਿਹਾ ਹਾਲੇ। ਮੈਂ ਲੜ ਰਿਹਾ ਬਟ ਪਤਾ ਨਹੀਂ ਕਦੋਂ ਤੱਕ ਇਹ ਲੜਾਈ ਚੱਲੇਗੀ ਮੇਰੀ, ਬਟ ਆਮ ਟਰਾਈਂਗ ਮਾਈ ਬੈਸਟ। ਤੇ ਨਾਲ ਉਹਨਾਂ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਡਿਪੈਂਡੈਂਟ ਨੂੰ ਹੀ ਕੁਝ ਵੀ ਕਲੇਮ ਮਿਲ ਸਕਦਾ। ਬ੍ਰਦਰ ਸਿੰਗਲ ਸੀਗਾ ਤੇ ਉਹਦਾ ਕੋਈ ਡਿਪੈਂਡੈਂਟ ਨਹੀਂ ਸੀ, ਤੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਕਲੇਮ ਨਹੀਂ ਮਿਲੇਗਾ। ਜੋ ਵੀ ਮਿਲਦਾ ਸੀ ਅਗਰ ਡਿਪੈਂਡੈਂਟ ਨੂੰ, ਨਾਰਮਲੀ ਉਹਨਾਂ ਦਾ ਡਿਪੈਂਡੈਂਟ ਦਾ ਕਲੌਜ਼ ਇਹ ਹੁੰਦਾ ਕਿ ਅਗਰ ਬੱਚਾ ਹੁੰਦਾ ਉਹਦਾ ਤਾਂ ਉਹਨਾਂ ਨੇ 25 ਸਾਲਾਂ ਤੱਕ ਉਹਨੂੰ ਪੜ੍ਹਾਉਣਾ, ਸਾਰਾ ਕੁਝ ਕਰ। ਅਗਰ ਵਾਈਫ ਹੁੰਦੀ ਤਾਂ ਉਹਨੂੰ ਕਾਫੀ ਬੈਨੀਫਿਟਸ ਮਿਲਣੇ ਸੀ, ਬਟ ਪੇਰੈਂਟਸ ਡਿਪੈਂਡੈਂਟ ਨਹੀਂ ਕਾਊਂਟ ਹੁੰਦੇ। ਹੁਣ ਸਾਡੇ ਪੇਰੈਂਟਸ ਰਿਟਾਇਰਡ ਹੈ, ਉਹਨਾਂ ਦੇ ਕੋਲ ਘਰ ਦੀ ਵੀ ਹੁਣ ਮੁਸੀਬਤ ਆ ਗਈ ਸੀ, ਜੋ ਮੇਰੇ ਫਰੈਂਡਸ ਨੇ ਤਾਂ ਮਦਦ ਕਰਤੀ ਮੇਰੀ, ਜਦਕਿ ਇਹ TAC ਨੂੰ ਮਦਦ ਕਰਨੀ ਚਾਹੀਦੀ ਸੀ। ਅਗਰ ਇੰਸ਼ੋਰੈਂਸ ਦਾ ਇੰਨਾ ਪੈਸਾ ਲੈਂਦੇ ਨੇ ਫਿਰ ਹੈਲਪ ਕਰਨ ਵੇਲੇ ਇਹ ਸਾਰੇ ਕਲੌਜ਼ਸ ਪਾ ਦਿੰਦੇ ਤਾਂ ਕਿ ਹੈਲਪ ਕਰਨ ਦੀ ਲੋੜ ਨਾ ਪਏ। ਇਸ ਕਰਕੇ ਮੈਂ ਫਿਰ ਇੱਕ change.org ਤੇ ਇੱਕ ਪੇਜ ਵੀ ਡਾਊਨਲੋਡ ਕੀਤਾ ਹੈ ਤਾਂ ਕਿ ਪਟੀਸ਼ਨ ਫਾਈਲ ਕਰੀਏ। ਮੈਨੂੰ ਤਾਂ ਇਹ ਤਕਲੀਫਾਂ ਹੋਈ ਆ, ਬਟ ਅੱਗੇ ਜਾ ਕੇ ਕਿਸੇ ਹੋਰ ਬ੍ਰਦਰ ਨੂੰ ਕੋਈ ਤਕਲੀਫਾਂ ਨਹੀਂ ਹੋਏ ਇਸ ਤਰ੍ਹਾਂ ਦੀ। ਇਸ ਕਰਕੇ ਅਸੀਂ ਚਾਹੁੰਦੇ ਨੇ ਕਿ ਅਸੀਂ ਇਹ ਅਪੀਲ ਜ਼ਾਹਿਰ ਕਰੇ ਤਾਂ ਕਿ ਥੋੜਾ ਤੋਂ ਚੇਂਜ ਕਰੇ, ਕਿਉਂਕਿ ਚੇਂਜ ਕਰਨਾ ਵੀ ਬਹੁਤ ਜ਼ਰੂਰੀ ਹੈ। ਕੱਲ ਨੂੰ ਸਾਡੇ ਨਾਲ ਜਾਂ ਤੁਹਾਡੇ ਨਾਲ ਕਿਸੇ ਨਾਲ ਵੀ ਇਹ ਹਾਦਸਾ ਨਾ ਹੋ, ਭਗਵਾਨ ਕਰੇ, ਬਟ ਕਦੋਂ ਹੋ ਤਾਂ ਐਟਲੀਸਟ ਕੁਝ ਤਾਂ ਕਵਰੇਜ ਹੋ। ਕਿਉਂਕਿ ਅਸੀਂ 27 ਇਅਰਸ ਦੀ ਏਜ ਵਿੱਚ ਇਹ ਨਹੀਂ ਸੋਚਦੇ ਕਿ ਅਸੀਂ ਲਾਈਫ ਇੰਸ਼ੋਰੈਂਸ ਲੈ ਲਈਏ, ਬਿੱਲ ਬਣਾ ਲਈਏ, ਇੱਦਾਂ ਦੀ ਚੀਜ਼ਾਂ ਨਹੀਂ ਸੋਚਦਾ ਕੋਈ। ਆਪਾਂ ਤਾਂ ਇਹੀ ਸੋਚਦੇ ਹਾਂ ਕਿ ਬਸ ਮਿਹਨਤ ਕਰੀਏ ਤੇ ਆਪਣੇ ਆਪ ਨੂੰ ਤੇ ਆਪਣੇ ਪੇਰੈਂਟਸ ਦਾ ਧਿਆਨ ਰੱਖੀਏ, ਕਿਉਂਕਿ ਪੇਰੈਂਟਸ ਆਰ ਐਵਰੀਥਿੰਗ ਫॉर ਅਸ। ਬਿਕੋਜ਼ ਸਾਡੇ ਕਲਚਰ ਵਿੱਚ ਤੁਹਾਨੂੰ ਪਤਾ ਹੀ ਹੋਣਾ ਕਿ ਪੇਰੈਂਟਸ ਸਾਡੇ ਵਾਸਤੇ 25 ਸਾਲਾਂ 26 ਸਾਲਾਂ ਤੱਕ ਸਭ ਕੁਝ ਕਰਦੇ ਨੇ, and in return we take care of them when they grow old. But now they have lost one leg and I have two children, जो कि 3 साल ਦੀ ਹੈ ਤੇ 1 ਸਾਲ ਦੀ ਹੈ, and a big mortgage. But when I will have take care of my parents, that is not, I don't have any excuse for that. But थोड़ा सपोर्ट ਹੁੰਦਾ ਤਾਂ ਬਹੁਤ ਵਧੀਆ ਹੁੰਦਾ, ਬਟ ਲਾਈਕ I said ਮੈਂ ਕੁਝ ਕਰ ਨਹੀਂ ਸਕਦਾ, ਕੋਈ ਵੀ ਸਪੋਰਟ ਨਹੀਂ ਹੈਗਾ, ਬਸ ਮੈਨੂੰ ਆਪਣੇ ਆਪ ਹੀ ਕਰਨਾ ਪੈਣਾ ਜੋ ਕਰਨਾ। ਇਸ ਕਰਕੇ ਅਸੀਂ GoFund ਦਾ ਪੇਜ ਬਣਾਇਆ ਸੀ। 40,000 ਤੋਂ ਅਸੀਂ ਕਵਰ ਕਰ ਲਈ, ਐਟਲੀਸਟ ਉਹਦਾ ਲੋਨ ਤਾਂ ਪੇ ਕਰਤਾ। ਹੁਣ ਅਸੀਂ 50,000 ਦਾ ਬਜਟ ਰੱਖਿਆ ਸੀ ਤਾਂ ਕਿ ਮੈਂ ਆਪਣੇ ਪੇਰੈਂਟਸ ਨੂੰ ਇੱਥੇ ਲਾ ਸਕਾਂ ਤੇ ਉਹਨਾਂ ਦੀ ਫਿਰ ਬਾਅਦ ਵਿੱਚ ਪਰਮਨੈਂਟ ਰੈਜ਼ੀਡੈਂਸੀ ਤੇ ਦੂਜੀ ਚੀਜ਼ਾਂ ਵਿੱਚ ਸਪੈਂਡ ਕਰ ਸਕਾਂ। ਬਾਕੀ ਤਾਂ ਫਿਰ ਜਿੰਨਾ ਵੀ ਹੈਲਪ ਮਿਲ ਰਹੀ ਹੈ ਉਹ ਸਾਡੇ ਲਈ ਬਹੁਤ ਵਧੀਆ ਹੈ। ਹੈਲਪ ਹੀ ਨਹੀਂ ਤਾਂ ਐਟਲੀਸਟ ਅਵੇਅਰਨੈਸ ਅਸੀਂ ਪਾਈਏ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਅੱਗੇ ਜਾ ਕੇ ਕੋਈ ਇਸ ਤਰ੍ਹਾਂ ਦੀ ਸਫਰਿੰਗ ਨਾ ਝੇਲੇ। ਮੇਰੀ ਇਹੀ ਤਾਂ ਹੈ ਸਾਰਿਆਂ ਤੋਂ। ਜੀ ਹਰਦੀਪ ਜੀ, ਜਿਹੜੀ ਤੁਹਾਨੂੰ ਗੋ ਫੰਡ ਦਾ ਤੁਸੀਂ ਇੱਕ ਪੇਜ ਬਣਾਇਆ ਹੈਗਾ ਤੇ ਉਹਦੇ ਉੱਤੇ ਆਈ ਆਲਸੋ ਚੈੱਕ ਕਿ ਉਹਦੇ ਚ ਇੱਕ ਸਰਟਨ ਅਮਾਉਂਟ ਜਿਹੜੀ ਹੈਵ ਐਵਰੀਬਾਡੀ ਸਪੋਰਟ ਉਹ ਆਈ ਹੈ। ਜਿਹੜਾ 50,000 ਹੈ ਇਹ ਉਹਦੇ ਉੱਪਰ ਤੋਂ ਆਪਾਂ ਰਿਕੁਐਸਟ ਕਰ ਰਹੇ ਹਾਂ ਕਿ ਨਹੀਂ ਆਪਾਂ ਟੋਟਲ 50,000 ਸੀਗਾ, ਬਿਕੋਜ਼ ਅਸੀਂ ਇਹ ਕਰ ਰਹੇ ਸੀ ਕਿ 40,000 ਨੂੰ ਤਾਂ ਲੋਨ ਚੁਕਾਉਣਾ ਸੀ ਤੇ ਅਸੀਂ 10,000 ਤੱਕ ਪੇਰੈਂਟਸ ਨੂੰ ਇੱਥੇ ਲਾਓ ਜਾਂ ਮੈਂ ਉਹਦੀ ਐਸ਼ਜ਼ ਲੈ ਕੇ ਇੰਡੀਆ ਜਾ ਸਕਾਂ, ਕਿਉਂਕਿ ਟੀ ਮਨਾ ਕਰਤਾ ਕਿ ਉਹਨਾਂ ਨੇ ਕੁਝ ਨਹੀਂ ਪੇ ਕਰਨਾ ਉਹਦੀ ਐਸ਼ਜ਼ ਲਈ। ਹੁਣ ਫਲਾਈਟ ਦੀ ਟਿਕਟਾਂ ਹੀ ਅਰਾਊਂਡ $3,000 ਹੈ ਰਿਟਰਨ ਟਿਕਟ, ਐਂਡ ਉੱਤੇ ਕੁਆਰੰਟੀਨ, all that approximately 10,000 ਦਾ ਖਰਚਾ ਹੈਗਾ ਮੇਰਾ, which I am trying to recover so I can take his ashes and they can meet the parents, or I can bring the parents here and they can do the final rituals. ਇਹੀ ਸਾਡਾ ਦੋ ਮੋਟਿਵ ਹੈਗੇ, ਬਟ ਹੁਣ ਵੇਟ ਕਰਨਾ ਹੈ ਕਿ ਕੀ ਮੋਟਿਵ ਕਰ ਸਕਦਾ ਤੇ ਕੀ ਕਿੱਦਾਂ, ਬਿਕੋਜ਼ ਇਫ ਆਈ ਗੋ ਇੰਡੀਆ I will lose my job for 3 to 4 months, because ਵਾਪਸ ਆਉਣ ਦੀ ਕੋਈ ਗਾਰੰਟੀ ਨਹੀਂ ਹੈ ਜਿੱਦਾਂ ਮਾਹੌਲ ਹੈ ਹਾਲੇ। So obviously I have to have everything secured at my end to make sure that we can resolve all the issues. जी बिल्कुल। और ਜਿਹੜਾ ਇੱਕ ਟਾਈਮ ਪੀਰੀਅਡ ਹੈ, ਜਸਟ ਟੂ ਕਲੈਰੀਫਾਈ ਐਵਰੀਬਾਡੀ, ਕਿ ਮੈਨੂੰ ਪਿੱਛੇ ਜੇ ਕਿਸੇ ਨੇ ਰਿਕੁਐਸਟ ਕੀਤੀ ਸੀ ਕਿ ਉਹਨਾਂ ਦਾ ਇੰਡੀਆ ਜਾਣ ਦਾ ਕੰਪੈਸ਼ਨੇਟ ਗਰਾਊਂਡਸ ਤੇ ਵੀਜ਼ਾ ਰਿਜੈਕਟ ਹੋ ਗਿਆ ਸੀ, ਹਾਲਾਂਕਿ ਉਹਨਾਂ ਦੇ ਸਾਰੇ ਪੇਪਰ ਵਰਕ ਸੀਗਾ। ਤੇ ਜਦੋਂ ਮੈਂ ਪੁੱਛਿਆ ਹੋਮ ਅਫੇਅਰਸ ਦੇ ਡਿਪਾਰਟਮੈਂਟ ਨੂੰ ਕਿ ਅਪਰੋਚ ਲਾ ਕੇ ਵੀ ਕੀ ਕਾਰਨ ਹੈ, ਉਹਨਾਂ ਨੇ ਕਿਹਾ ਸੀਗਾ ਕਿ ਡਾਕੂਮੈਂਟ ਸਾਰੇ ਜ਼ਰੂਰ ਹੈਗੀਆਂ, ਬਟ ਜਿਹੜਾ ਇੱਕ ਸਰਟਨ ਪੀਰੀਅਡ ਆਫ ਟਾਈਮ ਉਹਨਾਂ ਨੇ 6 ਵੀਕਸ ਦੀ ਰਿਕੁਐਸਟ ਪਾਈ ਸੀ, ਕਿਉਂਕਿ ਇੱਥੇ ਕੋਈ ਵੀ ਅਫੋਰਡ ਨਹੀਂ ਕਰ ਸਕਦਾ ਉਸ ਤੋਂ ਜ਼ਿਆਦਾ ਆਪਣੀ ਜੌਬ ਡ੍ਰੌਪ ਕਰਨਾ ਜਾਂ ਛੱਡਣਾ। ਤੇ ਉਹਨਾਂ ਨੇ ਆਪਣੇ ਵੱਲੋਂ 6 ਵੀਕਸ ਦੀ ਰਿਕੁਐਸਟ ਪਾਈ ਸੀ, ਬਟ ਇੱਥੋਂ ਹੋਮ ਅਫੇਅਰਸ ਦੇ ਆਫਿਸ ਤੋਂ ਜਵਾਬ ਆਇਆ ਸੀ ਕਿ 6 ਵੀਕਸ ਇਜ਼ ਨਾਟ ਇਨਫ ਟਾਈਮ, ਕਿਉਂਕਿ ਤੁਸੀਂ ਉੱਥੇ ਜਾ ਕੇ ਕੁਆਰੰਟਾਈਨ ਵੀ ਕਰਨਾ ਐਂਡ ਆਲ ਦੋਜ਼ ਥਿੰਗਸ। ਤਾਂ
at least ਜੇ ਰਿਕੁਐਸਟ ਪਾਣੀ ਹੈ ਓਵਰਸੀਜ਼ ਜਾਣ ਦੀ ਤਾਂ it has to be at least 3 months, which is again a very big expectations, ਕਿਉਂਕਿ ਆਪਾਂ ਜੇ ਇੱਥੋਂ ਆਪਣਾ ਬਿਜ਼ਨਸ ਕਰ ਰਹੇ ਹਾਂ ਜਾਂ ਕਿਸੇ ਦੇ EMPLOYER ਆ ਇੱਥੇ ਜਾਂ ਕਿਸੇ ਦੇ EMPLOYEE ਆ ਉਸ ਔਰ looking at COVID conditions ਅਸੀਂ 3 months ਤਾਂ ਆਪਣੀ work place ਤੋਂ ਦੂਰ ਰਹਿਣ ਦਾ ਅਫੋਰਡ ਹੀ ਨਹੀਂ ਨਾ ਕਰ ਸਕਦੇ regardless what status we are holding। ਤੇ ਤੁਸੀਂ ਵੀ ਜਦੋਂ ਕੋਈ ਵੀ ਵੀਜ਼ਾ ਅਪਲਾਈ ਕਰੋਗੇ ਤਾਂ ਜੋ ਆਸਟ੍ਰੇਲੀਅਨ ਰਿਕੁਆਇਰਮੈਂਟ ਇਟ ਹੈਜ਼ ਟੂ ਬੀ 3 ਮੰਥਸ। ਕਿ ਹੁਣ ਜੇ ਆਪਾਂ ਉਹ ਚੀਜ਼ ਤੁਹਾਡੀ ਦੇਖੀਏ ਕਿ ਤੁਸੀਂ ਇੱਥੋਂ 3 ਮੰਥਸ ਲਈ ਲੈਟਸ ਸੇ you are leaving and you going and joining your family in India, ਆਪਾਂ ਨੂੰ ਇਸ ਟਾਈਮ total we have to raise 10 more thousand, right? Yes, that's right. ਉਹਦੀ ਅਸੀਂ ਅਪੀਲ ਪਾ ਰਹੇ ਹਾਂ ਜੀ ਸਾਰਿਆਂ ਨੂੰ, ਪਲੀਜ਼ ਤੁਸੀਂ 40,000 ਦੀ ਜਿਹੜੀ ਹੈਲਪ ਕੀਤੀ ਔਰ ਤੁਸੀਂ ਹੈਲਪ $1 ਆਪਣਾ ਇਸ ਪਾਸੇ ਇਸੇ ਕਰਕੇ ਹੈਲਪ ਕੀਤੀ ਹੈ ਕਿਉਂਕਿ ਤੁਹਾਨੂੰ ਦਿਲੋਂ ਇੱਕ ਆਵਾਜ਼ ਆਈ ਹੈ ਕਿ ਇੱਥੇ ਹੈਲਪ ਕਰਨੀ ਚਾਹੀਦੀ ਹੈ। ਔਰ ਦੂਸਰੀ ਤੁਸੀਂ ਹੈਲਪ ਇਸ ਕਰਕੇ ਕੀਤੀ ਹੈ ਕਿਉਂਕਿ ਤੁਹਾਨੂੰ ਲੱਗਿਆ ਕਿ ਇਹ ਜੈਨੂਇਨ ਜਿਹੜੀ ਇੱਕ ਮਦਦ ਹੈਗੀ ਹੈ। ਵੈਸੇ ਵੀ ਸਾਡੇ ਕਹਿੰਦੇ ਆ ਕਿ ਇੱਕ ਦਸਵੰਧ ਤੁਹਾਨੂੰ ਰੱਖਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਜਾਂ ਆਪਣੀ ਕਮਾਈ ਚੋਂ ਦਸਵੰਧ ਕੱਢਣਾ ਚਾਹੀਦਾ। ਤਾਂ ਮੈਂ ਆਪਣੇ ਵੱਲੋਂ ਇਹ ਕਹਿੰਦੀ ਆ ਕਿ ਇਹ ਉਹ ਮੌਕਾ ਹੈ ਜਿੱਥੇ ਤੁਸੀਂ ਆਪਣਾ ਦਸਵੰਧ ਪਲੀਜ਼ ਇਸ ਡੋਨੇਸ਼ਨ ਦੇ ਵਿੱਚ ਪਾਓ। ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਮਿਰਕਲ ਆਲਰੇਡੀ ਕਰ ਚੁੱਕੇ ਹੋ which is $40,000 which the whole world can see। ਥੋੜੀ ਜੀ ਮਦਦ ਜਿਹੜੀ ਹੈਗੀ ਆ ਤੁਹਾਡੀ ਹੋਰ ਚਾਹੀਦੀ ਹੋਏਗੀ which is the rest of those 10,000। ਜਿਹੜੇ ਵੀਰ ਦਾ ਲੋਨ ਹੈਗਾ ਜੋ ਸਾਡੇ ਵਿੱਚ ਅੱਜ ਨਹੀਂ ਹੈ ਉਸ ਵੀਰ ਦਾ ਲੋਨ ਉਤਰ ਚੁੱਕਿਆ ਹੈ ਬਟ ਉਹਦਾ ਇੱਕ ਉਹ ਘੜੀ ਜਦੋਂ ਆਪਣੇ ਫੈਮਿਲੀ ਨਾਲ ਜੁੜ ਜੇ ਉਹ ਉਸ ਲੋਨ ਤੋਂ ਵੀ ਵੱਡੀ ਗੱਲ ਹੈਗੀ, ਉਹ ਉਸ ਲੋਨ ਤੋਂ ਵੀ ਵੱਡਾ ਪੁੰਨ ਹੈਗਾ ਜੋ ਤੁਹਾਨੂੰ ਇੱਕ ਰੱਬ ਮੌਕਾ ਦੇ ਰਿਹਾ ਇੱਕ ਫੈਮਿਲੀ ਨੂੰ ਇਕੱਠਾ ਕਰਨ ਦਾ। ਉਹ ਚਾਹੇ ਫਿਜ਼ੀਕਲੀ ਹੈ ਚਾਹੇ ਉਹ ਦਿਲੋਂ ਹੈ ਇਮੋਸ਼ਨਲ ਹੈ। ਜਦੋਂ ਇਹ ਵੀਰ ਆਪਣੇ ਦੂਜੇ ਵੀਰ ਨੂੰ ਲੈ ਕੇ ਇੰਡੀਆ ਜਾਣਗੇ ਔਰ ਉੱਥੇ ਜਾ ਕੇ ਆਪਣੀ ਫੈਮਿਲੀ ਨਾਲ ਮਿਲਣਗੇ, ਜੋ ਉਸ ਫੈਮਿਲੀ ਦੀ ਅਸੀਸਾਂ ਜੋ ਦੁਆਵਾਂ ਤੁਹਾਡੇ ਇੱਕ ਡਾਲਰ ਦੇ ਉੱਤੇ ਜੋ ਤੁਹਾਡਾ ਹਾਰਡ ਅਰਨਡ ਮਨੀ ਹੈ ਉਹ ਲੱਗੂਗਾ ਤਾਂ ਉਹ ਦੁਆ ਪਤਾ ਨਹੀਂ ਕਿੱਥੇ ਕਿਹੜੇ ਵੱਲੇ ਸਾਡੇ ਕੰਮ ਆਉਣਗੀ। ਤਾਂ ਮੇਰੀ ਦਿਲੋਂ ਰਿਕੁਐਸਟ ਹੈ ਪਲੀਜ਼ ਜਿੰਨਾ ਵੀ ਬਣ ਸਕਦਾ, ਮੈਂ ਜ਼ਿਆਦਾ ਐਕਸਪੈਕਟ ਨਹੀਂ ਕਰਦੀ ਕਿਉਂਕਿ ਆਈ ਟੋਟਲੀ ਅੰਡਰਸਟੈਂਡ ਵੀ ਕੋਵਿਡ ਕਰਕੇ ਸਾਰੇ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਇਫੈਕਟ ਹੋਏ ਆ ਬਟ ਉਹਦੇ ਉਸ ਤੋਂ ਬਾਵਜੂਦ ਵੀ ਜੇ ਅਸੀਂ 40,000 ਦੀ ਇੱਕ ਰਕਮ ਇੱਕ ਮਦਦ ਕਰਤੀ ਹੈ ਤਾਂ ਜਦੋਂ ਅਸੀਂ ਠਾਣ ਲਈਏ ਮਦਦ ਕਰਨ ਦੀ ਤਾਂ ਉਹ 10,000 ਦੀ ਜਿਹੜੀ ਇੱਕ ਅਮਾਉਂਟ ਹੈ ਸਾਨੂੰ ਉਹ ਵੀ ਵੱਡੀ ਨਹੀਂ ਲੱਗਦੀ ਨਾ ਸੁਣਨ ਨੂੰ ਤੇ ਨਾ ਕਰਨ ਨੂੰ। ਇਕਜੁੱਟ ਹੋ ਕੇ ਜੇ ਅਸੀਂ 50 10 50 $100 ਜੋ ਵੀ ਪਾਈਏ ਤਾਂ ਕੁਝ ਹੀ ਟ੍ਰਾਂਜੈਕਸ਼ਨਸ ਦੀ ਜਿਹੜੀ ਇੱਕ ਲੋੜ ਹੈਗੀ ਔਰ ਕੁਝ ਹੀ ਟ੍ਰਾਂਜੈਕਸ਼ਨਸ 'ਚ ਇੱਕ ਵੀਰ ਆਪਣੇ ਵੀਰ ਨੂੰ ਲੈ ਕੇ ਆਪਣੀ ਫੈਮਿਲੀ ਨਾਲ ਜੁੜ ਜਾਣਗੇ ਔਰ ਇਹ ਅਸੀਸਾਂ ਇਹ ਦੁਆਵਾਂ ਤੁਹਾਨੂੰ ਸਦਾ ਲੱਗਣਗੀਆਂ। ਇਹ ਅਸੀਸਾਂ ਇਹ ਦੁਆਵਾਂ ਤੁਹਾਡੇ ਨਾਲ ਸਦਾ ਰਹਿਣਗੀਆਂ। ਇਹ ਅਪੀਲ ਮੈਂ ਬਾਰ-ਬਾਰ ਤੁਹਾਨੂੰ ਕਰਦੀ ਰਹੂੰਗੀ। ਔਰ ਹਰਦੀਪ ਜੀ ਹੈ ਇਸ ਵੀਡੀਓ ਦੇ ਉੱਤੇ ਆਪਣਾ ਜਿਹੜਾ ਨੰਬਰ ਹੈਗਾ ਜੇ ਉਹ ਕੰਫਰਟੇਬਲ ਹੈ ਉਹ ਵੀ ਛੱਡ ਸਕਦੇ ਆ, ਜੇ ਕਿਸੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਉਹ ਉਹਨਾਂ ਨਾਲ ਕਰ ਸਕਦੇ ਆ। ਓਨਲੀ ਹਰਦੀਪ ਜੀ if you are comfortable with that। Yes, I'm comfortable with that. And I wanted one more help from your side. If you can speak to the department and try and get my parents here, that would be more helpful because ਉਹਨਾਂ ਨੂੰ ਉੱਥੇ ਛੱਡਣਾ is very difficult at this stage। ਜਿਸ condition ਵਿੱਚ ਹੈ ਉਹ ਲੋग, ਮੈਂ ਉਹਨਾਂ ਦੇ visas ਤੇ ਪਾਤੇ ਹੈ but we are just waiting for a reply। I've already applied for an exemption also। मैं क्या अगर मैं नहीं जा सकता तो एटलीस्ट वो लोग ही आ जाए ਇੱਥੇ ताकि ਆਪਣੇ ਫਾਈਨਲ ਰਿਚੁਅਲਸ ਕਰ ਸਕੇ ਬਿਕੋਜ਼ ਜਿੱਦਾਂ ਹੁਣ ਮਾਹੌਲ ਹੈਗਾ ਪਤਾ ਨਹੀਂ ਕਿਵੇਂ ਕੀ ਕਰਨਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਐਟਲੀਸਟ ਮੈਂ ਜਾਵਾਂਗਾ ਤਾਂ ਮੇਰੇ 30 ਡੇਜ਼ ਜ਼ਿਆਦਾ ਵੇਸਟ ਹੋ ਜਾਣੇ rather than ਉਹ ਲੋग ਇੱਥੇ ਆ ਜਾਣਗੇ ਤਾਂ 14 ਡੇਜ਼ ਕੁਆਰੰਟੀਨ ਕਰਕੇ ਫਿਰ ਨਾਲ ਫਾਈਨਲ ਰਿਚੁਅਲਸ ਕਰਕੇ ਕਿਉਂਕਿ 6 ਵੀਕਸ ਤੇ ਇਹਨਾਂ ਨੇ ਡੈਥ ਸਰਟੀਫਿਕੇਟ ਦੇਣ ਨੂੰ ਹੀ ਲਗਾ ਦੇਣੇ। So after that death certificate come then only I can travel to India।
Before that, I cannot even travel to India. So that is also another obstacle we are facing at this stage. ਅਸੀਂ वही कंपैशनेट ग्राउंड से जितना भी हो सके गवर्नमेंट ਦੇ ਥਰੂ ਕੁਝ ਵੀ ਮਦਦ ਮਿਲੇ ਮੈਂ ਟਰਾਈ ਤੇ ਕਰ ਰਿਹਾ ਬੜਾ ਬਟ वही है like everywhere covid ਦਾ time ਆ everyone is struggling, everyone is suffering, which is another test which everyone is going through and I know it's very hard. इस करके क्योंकि मॉम की मेडिकल कंडीशन बड़ी ख़राब हो जानी है because of the stroke and all that things she's been facing. तो I don't know और पता नहीं मैंने ਕਿਵੇਂ ਦੀ ਕੀ ਕਰ ਸਕਦੇ ਆਪਾਂ that's what we are trying. ਜੀ ਜਿਹੜੇ ਵੀਜ਼ਾ ਦੀ ਗੱਲ ਹੈ ਮੈਂ ਕੱਲ ਇੱਕ ਵੀਡੀਓ ਕੀਤੀ ਸੀ ਮੈਂ ਮੈਲਬਨ ਦੇ ਜਿੰਨੇ ਵੀ ਹੈਗੇ ਆ ਮੈਂ ਬਾਰ-ਬਾਰ ਮੈਲਬਨ ਵਾਲਿਓ ਕਹਿ ਕੇ ਗੁਹਾਰ ਲਾਈ ਸੀ ਔਰ ਮੈਲਬਨ ਦੇ ਜਿੰਨੇ ਵੀ ਵਾਸਨਿਕ ਨੇ ਜਿਨ੍ਹਾਂ ਨੂੰ ਵੀ ਗੁਹਾਰ ਪਹੁੰਚੀ ਸੀ ਜਿਨ੍ਹਾਂ ਦੇ ਵੀ ਕੰਨਾਂ ਦੇ ਵਿੱਚ ਉਹਨਾਂ ਨੇ ਰਾਤੋਂ ਰਾਤ ਸਪੋਰਟ ਦੀ ਜੋ ਇੱਕ ਅਸ਼ੋਰੈਂਸ ਦਿੱਤੀ ਹੈ that is absolutely beyond words. ਇਸ ਟਾਈਮ ਹੈ ਆਸਟ੍ਰੇਲੀਆ ਵਾਲਿਓ ਕਹਿੰਦੀ ਆ ਕਿ ਆਸਟ੍ਰੇਲੀਆ ਵਾਲਿਓ ਮਦਦ ਤੇ ਆਓ ਜੇ ਕਿਸੇ ਦਾ ਕੋਈ ਐਕਸਪੀਰੀਅੰਸ ਹੈ ਕਿਸੇ ਦੀ ਕੋਈ ਅਪਰੋਚ ਹੈ ਕਿਸੇ ਨੂੰ ਕੁਝ ਇਸ ਚੀਜ਼ ਦੀ ਨੌਲੇਜ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੰਪੈਸ਼ਨੇਟ ਗਰਾਊਂਡਸ ਦੇ ਉੱਤੇ ਇਸ ਚੀਜ਼ ਨੂੰ ਪੋਸੀਬਲ ਕਰ ਸਕਦੇ ਹੋ please do not leave any stone unturned. We need you at the moment. We need you really badly. और ये जड़ी सेकंड रिक्वेस्ट है और ये हार्ट फेल्ट रिक्वेस्ट है दिलों आई है बहुत लोड है बहुत ज़रूरत है इसकी ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਐਕਸਪੀਰੀਅੰਸ ਹੋਏ ਅਪਰੋਚ ਕਰਨ ਪਲੀਜ਼ ਅਗੇਨ ਇਹ ਉਹ ਘੜੀ ਹੈ ਜਿੱਥੇ ਸਾਨੂੰ ਐਕਸਪੈਰੀਮੈਂਟ ਨਹੀਂ ਚਾਹੀਦਾ ਸਾਨੂੰ ਇਦਾਂ ਨਹੀਂ ਚਾਹੀਦਾ ਕਿ ਉਹ ਜੇ ਅਸੀਂ ਪੋਸੀਬਲੀ ਇਹ ਕਰਦੇ ਆ ਉਹ ਕਰਦੇ ਸਾਨੂੰ ਇਸ ਟਾਈਮ ਇੱਕ ਕੰਕਰੀਟ ਰਿਜ਼ਲਟ ਚਾਹੀਦਾ ਤਾਂ ਜੇ ਤੁਹਾਡਾ ਕੋਈ ਜੈਨੂਇਨਲੀ ਪਾਸਟ ਐਕਸਪੀਰੀਅੰਸ ਹੈ regarding the visas and all please do come forward ਮੇਰੇ ਹਰਦੀਪ ਜੀ ਇਸ ਟਾਈਮ ਦਿਮਾਗ ਦੇ ਵਿੱਚ 2-3 ਨਾਮ ਆ ਰਹੇ ਹੈ ਜਿਨ੍ਹਾਂ ਨੇ ਇਦਾਂ ਪੋਸੀਬਲ ਕੀਤਾ ਹੈ ਤੇ ਮੈਂ ਕੋਸ਼ਿਸ਼ ਪਰਸਨਲੀ ਵੀ ਉਹਨਾਂ ਨੂੰ ਕੰਟੈਕਟ ਕਰਨ ਦੀ ਕਰੂੰਗੀ ਕਿ ਉਹ ਜੇ ਸਾਨੂੰ ਕਿਸੇ ਪਾਸਿਓਂ ਵੀ ਮਦਦ ਕਰਨ ਤੇ ਹਰ ਪਾਸੋਂ ਜਿਹੜੀ ਕੁਦਰਤ ਹੈ ਉਹ ਸਾਡੀ ਮਦਦ ਤੇ ਉਤਰੂਗੀ ਨਜਿੱਠੂਗੀ ਦਿਲੋਂ ਸਾਡੀ ਪੁਕਾਰ ਹੈਗੀ ਆ ਉਹ ਡੈਫੀਨਿਟ ਪੋਸੀਬਲ ਹੋਊਗਾ ਹਰਦੀਪ ਜੀ ਤੁਹਾਡੀ ਇੱਕ ਹੋਰ ਰਿਕੁਐਸਟ ਸੀਗੀ ਅਬਾਊਟ TAC ਜੇ ਤੁਸੀਂ ਉਸ ਦੇ ਵਿੱਚ ਆਪਣੇ ਨਾਲ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਕੋਈ ਫਿਜ਼ੀਕਲੀ ਸਾਡੇ ਨਾਲ ਨਹੀਂ ਜੁੜ ਸਕਦੇ ਕੋਈ ਫਾਈਨੈਂਸ਼ੀਅਲੀ ਸਾਡੇ ਨਾਲ ਨਹੀਂ ਜੁੜ ਸਕਦੇ ਬਟ ਉਹਨਾਂ ਦੀ ਹੋਰ ਐਕਸਪਰਟੀਜ਼ ਹੁੰਦੀਆਂ ਸਾਡੀ ਇੱਕ ਥਰਡ ਰਿਕੁਐਸਟ TAC ਵਾਲੀ ਵੀ ਹੈ ਸਾਨੂੰ ਜੇ ਉੱਥੇ ਵੀ ਕੋਈ ਹੈਲਪ ਕਰ ਦੇਣ ਜਾਂ ਉੱਥੇ ਤੁਹਾਡੀ ਜਿਹੜੀ ਅਪੀਲ ਹੈ ਉਹਦੇ ਨਾਲ ਖੜੇ ਹੋ ਜਾਣ ਤਾਂ ਉਹ ਵੀ ਆਈ ਥਿੰਕ will be one step towards helping other people in future. ਤੇ ਜੇ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹ ਰਹੇ ਹੋ ਤਾਂ I think that would be good as well. ਯੈਸ TAC ਬਾਰੇ ਇੱਕੋ ਹੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਬਿਕੋਜ਼ TAC ਹੈਜ਼ ਵੈਰੀ ਉਹਨਾਂ ਦੇ ਲੂਪ ਹੋਲਸ ਬਹੁਤ ਸਾਰੇ ਨੇ ਜਿੱਥੇ ਉਹ ਲੋਕ ਆਪਣੇ ਆਪ ਨੂੰ ਬਚਾ ਲੈਂਦੇ ਆਪਣੇ ਆਪ ਨੂੰ ਕਵਰ ਕਰ ਲੈਂਦੇ ਨੇ ਹੁਣ ਵੇਖਿਆ ਜਾਏ ਤਾਂ ਦੋਨੋਂ ਮੁੰਡੇ ਦੋਨੋਂ 21 ਸਾਲਾਂ ਦੇ ਤੇ 27 ਸਾਲਾਂ ਦੇ ਮੁੰਡੇ ਸੀਗੇ ਦੋਵੇਂ ਸਿੰਗਲ ਸੀਗੇ ਤੇ ਹੁਣ ਇਹ ਸਿਨਾਰੀਓ ਵਿੱਚ ਅਗਰ ਇੱਕ ਬੰਦੇ ਦੀ ਗਲਤੀ ਹੋ ਤਾਂ ਦੂਜੇ ਬੰਦੇ ਨੂੰ ਕਲੇਮ ਮਿਲਣਾ ਚਾਹੀਦਾ ਸੀ ਲੇਕਿਨ ਇਹ ਲੋਕ ਨੇ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ਦੋਵੇਂ ਬੰਦਿਆਂ ਨੂੰ ਕਲੇਮ ਨਹੀਂ ਮਿਲ ਕੇ ਬਸ ਖਾਲੀ ਫਿਊਨਰਲ ਕਾਸਟ ਕਵਰ ਕਰਤਾ ਪੇਰੈਂਟਸ ਅਗਰ ਇੰਡੀਆ ਹੈਗੇ ਤਾਂ ਪੇਰੈਂਟਸ ਨੂੰ ਸਾਈਕੋਲੋਜੀਕਲ ਹੈਲਪ ਵੀ ਨਹੀਂ ਮਿਲਣੀ ਬਿਕੋਜ਼ ਦੇ ਆਰ ਨਾਟ ਹੀਅਰ ਫਿਜ਼ੀਕਲੀ ਪ੍ਰੈਜ਼ੈਂਟ तो ਵੇਖਿਆ ਜਾਏ ਤਾਂ ਕੁਝ ਵੀ ਨਹੀਂ ਦਿੱਤਾ ਖਾਲੀ ਫਿਊਨਰਲ ਕਾਸਟ ਹੀ ਕਵਰ ਕੀਤਾ ਹੈ which is not even $4,000 to $5,000 at this stage ਉਹਨਾਂ ਦਾ $16,000 ਦਾ ਬਜਟ ਸੀਗਾ ਤਾਂ ਮੈਂ ਉਹਨਾਂ ਨੂੰ ਉਹੀ ਰਿਕੁਐਸਟ ਕੀਤੀ ਸੀ ਉਹ $16,000 ਦੇ ਵਿੱਚੋਂ ਤੁਸੀਂ ਮੈਨੂੰ ਐਟਲੀਸਟ ਫਲਾਈਟ ਦਾ ਕਾਸਟ ਕਵਰ ਕਰ ਦਿਓ ਤਾਂ ਕਿ ਮੈਂ ਉਹਦੀ ਐਸ਼ਸ ਲੈ ਜਾਵਾਂ ਉਹਦੇ ਫਾਈਨਲ ਰਿਚੁਅਲਸ ਕਰ ਦੇਵਾਂ ਉਹ ਵੀ ਉਹਨਾਂ ਨੇ ਨਹੀਂ ਸੁਣਿਆ ਉਹਨਾਂ ਨੇ ਕਹਿ ਸਟ੍ਰੇਟ ਅਵੇ ਕਹਿਤਾ ਕਿ ਨਹੀਂ ਇਹ ਸਾਡੀ ਪਾਲਿਸੀ ਵਿੱਚ ਨਹੀਂ ਹੈਗਾ ਤੇ ਅਸੀਂ ਨਹੀਂ ਕਰ ਸਕਦੇ ਤੇ ਨਾਲ ਫਿਰ ਪੇਰੈਂਟਸ ਨੂੰ ਜਿੱਦਾਂ ਅਸੀਂ ਪੈਸੇ ਵੀ ਘੱਲਦਾ ਸੀ ਬ੍ਰਦਰ ਐਵਰੀ ਮੰਥ ਹੀ ਯੂਜ਼ ਟੂ ਸੈਂਡ ਸਮ ਮਨੀ ਟੂ ਮਾਈ ਮਦਰ ਫॉर ਹੈਲਪ ਉਹ ਕਹਿੰਦੇ ਦੈਟ ਡਜ਼ਨਟ ਬੋਦਰ them ਆਈ ਹੈਵ ਸਪੋਕਨ ਟੂ 2-3 lawyers ਸਾਰੇ ਕਹਿੰਦੇ ਨੇ ਕਿ ਇਹ ਰੂਲਸ ਹੈਗੇ ਇਹ ਕੁਝ ਨਹੀਂ ਚੇਂਜ ਹੋ ਸਕਦਾ ਤਾਂ ਆਈ ਥਿੰਕ ਇਟਸ ਟਾਈਮ ਟੂ ਰੇਜ਼ ਆਵਰ ਵੌਇਸ ਐਂਡ ਟੈਲ them ਕਿ ਰੂਲਸ ਥੋੜੇ ਚੇਂਜ ਕਰਨੇ ਪੈਣੇ ਪੇਰੈਂਟਸ ਨੂੰ ਡਿਪੈਂਡੈਂਸ ਗਿਣਨਾ ਪੈਣਾ ਅਗਰ ਫॉर ਐਗਜ਼ਾਮਪਲ ਤੁਸੀਂ ਲੈ ਲਓ ਇੱਕ 20 ਸਾਲਾਂ ਦਾ ਮੁੰਡਾ ਹੈ
ਜੋ ਕਿ ਸਿੰਗਲ ਹੈ, ਜੋ ਇਕੱਲਾ ਮੁੰਡਾ ਹੈਗਾ ਆਪਣੀ ਫੈਮਿਲੀ ਦਾ, ਅਗਰ ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਪੇਰੈਂਟਸ ਨੇ ਉਹਦੇ ਉੱਤੇ ਸਾਰੀ ਲਾਈਫ ਦੀ ਜਮ੍ਹਾਂ ਕੁੰਜੀ ਲਾਈ ਹੈ, ਤੇ ਹੁਣ ਪੇਰੈਂਟਸ ਨੂੰ ਜਦੋਂ ਟੇਕ ਕੇਅਰ ਕਰਨ ਦਾ ਟਾਈਮ ਆਇਆ ਉਹ ਚਲਾ ਗਿਆ ਤੇ ਇਹ ਲੋਕ ਨੇ ਵੀ ਕੁਝ ਨਹੀਂ ਕਰਨਾ, ਤਾਂ ਫਿਰ ਕੌਣ ਕਰੇਗਾ? ਇਹ ਇੰਸ਼ੋਰੈਂਸ ਦਾ ਮਤਲਬ ਕੀ ਹੋਇਆ ਫਿਰ? ਜਾਂ ਤਾਂ ਫਿਰ ਤੁਸੀਂ ਸਿੰਗਲਸ ਤੋਂ ਇੰਸ਼ੋਰੈਂਸ ਲਓ ਹੀ ਨਾ। ਜੀ if you're taking insurance from singles, then at least give them back something, because at least insure them in these kind of scenarios, when especially in my scenario there was not even his fault, but still we have to pay that price for it. I'm not asking for money, I'm asking for support, I'm asking for help. ਉਹ ਚਲਾ ਗਿਆ, ਉਹਦਾ ਤਾਂ ਕੁਝ ਨਹੀਂ ਕਰ ਸਕਦੇ ਅਸੀਂ, ਵੀ ਕਾਂਟ ਬ੍ਰਿੰਗ ਹਿਮ ਬੈਕ, ਬਟ ਐਟਲੀਸਟ ਤੁਸੀਂ ਸਪੋਰਟ ਤਾਂ ਕਰੋ। ਤੁਸੀਂ ਜੋ ਪ੍ਰੀਮੀਅਮ ਲੈ ਰਹੇ ਹੋ, ਤੁਸੀਂ ਚੀਜ਼ਾਂ ਕਰ ਰਹੇ ਹੋ, ਐਟਲੀਸਟ ਯੂ ਸ਼ੁੱਡ ਸਪੋਰਟ ਦ ਫੈਮਿਲੀ। ਬਿਕੋਜ਼ ਇਹੀ ਗੱਲਾਂ ਹੈਗੀ ਜੋ ਮੈਨੂੰ ਲੱਗਦਾ ਕਿ ਵੀ ਆਰ ਲੈਕਿੰਗ। ਵੀ ਹੈਵ ਟੂ ਰੇਜ਼ ਅ ਵੋਇਸ, ਐਟਲੀਸਟ ਟੈਲ ਦ ਪੀਪਲ ਐਂਡ ਚੇਂਜ ਦ ਬਿਟ, ਸੋ ਦੈਟ ਸਾਡੇ ਫਿਊਚਰ ਵਿੱਚ ਸਾਡੇ ਨਾਲ ਜਾਂ ਕਿਸੇ ਹੋਰ ਨਾਲ ਇਹ ਹੱਸਦਾ ਹੋ, ਐਟਲੀਸਟ ਦੇ ਹੈਵ ਦੈਟ ਸਪੋਰਟ, ਉਹ ਕੌਨਫੀਡੈਂਸ ਹੋ कि एटलीस्ट थोड़ा तो सपोर्ट हाँ मेरे को कुछ। जी बिल्कुल बिल्कुल हरदीप जी, अगेन इस प्लेटफॉर्म के जरिए असी रिक्वेस्ट करांगे जिथे तक भी आवाज़ पहुंच सकती है असी पॉसिबल करन दी पूरी कोशिश करांगे। पहला भी साडे जड़े भरा भैन ने जड़े भी इस दुख नू इस दर्द नू समझदे आ, ਉਹ ਸਾਡੇ ਨਾਲ ਪਹਿਲਾਂ ਵੀ ਜੁੜੇ ਆ, ਉਹਨਾਂ ਤੋਂ ਤੇ ਉਹਨਾਂ ਦੇ ਨਾਲ ਹੋਰ ਅੱਗੇ ਭਰਾਵਾਂ ਭੈਣਾਂ ਤੋਂ ਜਿੰਨੀ ਮਦਦ ਹੋ ਸਕਦੀ ਆ ਉਸ ਚੀਜ਼ ਦੀ ਅਸੀਂ ਰਿਕੁਐਸਟ ਕਰਦੇ ਆ। ਰੱਬ ਨਾ ਕਰੇ ਇਹ ਘੜੀ ਕਿਸੇ ਦੇ ਉੱਤੇ ਆਵੇ, ਔਰ ਖਾਸ ਤੌਰ ਤੇ ਜਦੋਂ ਇੱਕ ਤਾਂ ਯੰਗ ਏਜ ਅਨਨੈਚੁਰਲ ਜਿਹੜੇ ਸਰਕਮਸਟੈਂਸਸ ਹੁੰਦੇ ਆ, ਪਲੱਸ ਇੱਕ ਜਿਹੜਾ ਡਿਸਟੈਂਸ ਹੈਗਾ ਆਪਣੀ ਫੈਮਿਲੀ ਤੋਂ, ਉਹ ਜਿਹੜਾ ਹੈਗਾ ਉਹ ਤਾਂ ਸਾਨੂੰ ਵੈਸੇ ਹੀ ਹਰ ਰੋਜ਼ ਅੰਦਰੋਂ ਖਤਮ ਕਰਦਾ ਰਹਿੰਦਾ। ਉਹ ਡਿਸਟੈਂਸ ਸਾਡੇ ਫਿਜ਼ੀਕਲੀ ਤਾਂ ਆਂਦਾ ਹੀ ਆਂਦਾ ਹੈ, ਔਰ ਉਹ ਜੋ ਇਮੋਸ਼ਨਸ ਨੂੰ ਸਾਡੇ 'ਚ ਜੋੜ ਕੇ ਰੱਖਦਾ ਉਹ ਤਾਂ ਮਤਲਬ ਬਿਯੋਂਡ ਇਮੈਜੀਨੇਸ਼ਨ ਹੈਗਾ, ਔਰ ਬਿਯੋਂਡ ਐਕਸਪ੍ਰੈਸ਼ਨ ਜਾਂ ਐਕਸਪ੍ਰੈਸ ਹੀ ਨਹੀਂ ਉਹਨੂੰ ਕੀਤਾ ਜਾ ਸਕਦਾ। ਇਸ ਘੜੀ ਦੇ ਵਿੱਚ ਕੋਈ ਇਦਾਂ ਦੀ ਖਬਰ ਆਉਣੀ ਕਿ ਹਮੇਸ਼ਾ ਲਈ ਵਿਛੋੜਾ ਪੈ ਗਿਆ, ਉਹਨੂੰ ਅਸੀਂ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਕਿ ਉਹ ਚੀਜ਼ ਅਸੀਂ ਰਿਵਰਸ ਤਾਂ ਕਰ ਨਹੀਂ ਸਕਦੇ, ਉਹ ਚੀਜ਼ ਸਾਡੇ ਕੰਟਰੋਲ ਦੇ ਵਿੱਚ ਵੀ ਨਹੀਂ ਹੈ, ਬਟ ਅਸੀਂ ਜਿਹੜਾ ਫਿਊਚਰ ਹੈਗਾ ਐਟਲੀਸਟ ਟੈਂਪਰਰੀ ਜਿਹੜਾ ਇੱਕ ਹੈਲਪ ਕਰਕੇ ਉਹ ਪਰਮਾਨੈਂਟਲੀ ਕਿਸੇ ਲਈ ਜੇ ਸੁਖਾਵਾਂ ਕਰ ਸਕਦੇ ਆ ਤਾਂ ਜ਼ਰੂਰ ਉਹ ਸਾਨੂੰ ਕਰਨਾ ਚਾਹੀਦਾ। ਮੈਂ ਆਪਣੇ ਵੱਲੋਂ ਡੋਨੇਸ਼ਨ ਤੋਂ ਸਟਾਰਟ ਕਰਾਂਗੀ, ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਪਲੀਜ਼ ਡੋਨੇਟ ਸਮਥਿੰਗ। ਦਸਵੰਧ ਅਸੀਂ ਕੱਢਣਾ ਹੁੰਦਾ, ਦਸਵੰਧ ਇੱਥੇ ਕੱਢੋ, ਪਲੀਜ਼ ਮਦਦ ਕਰੋ। ਇੱਕ ਗੁਹਾਰ ਹੈ, ਕੱਲ ਮੈਲਬਨ ਵਾਲਿਆਂ ਨੂੰ ਗੁਹਾਰ ਲਾਈ ਸੀਗੀ, ਉਹ ਗੁਹਾਰ ਹੈ ਜਿਹੜੀ ਸਹੀ ਕੰਨਾਂ 'ਚ ਪਈ ਹੈ, ਸਹੀ ਮਦਦ ਮਿਲੀ ਹੈ। ਅੱਜ ਆਸਟ੍ਰੇਲੀਆ ਵਾਲਿਆਂ ਨੂੰ ਗੁਹਾਰ ਲਾਣੀ ਆ। ਇਨਫੈਕਟ ਦੁਨੀਆ ਦੇ ਕੋਨੇ-ਕੋਨੇ ਜਿੱਥੇ ਪੰਜਾਬੀ ਬੈਠੇ ਨੇ ਇਹ ਗੱਲ ਸੁਣ ਰਹੇ ਨੇ, ਇੰਡੀਅਨਸ ਬੈਠੇ ਨੇ ਜਿਨ੍ਹਾਂ ਨੂੰ ਸਮਝ ਆ ਰਹੀ ਹੈ ਵੀ ਅਸੀਂ ਕਿਹੜੀ ਚੀਜ਼ ਤੇ ਗੱਲ ਕਰ ਰਹੇ ਹਾਂ, ਪਲੀਜ਼ ਸਾਡੇ ਨਾਲ ਜੁੜੋ, ਮਦਦ ਕਰੋ। ਕਿਉਂਕਿ ਜਿਹੜਾ ਗੋ ਫੰਡ ਦਾ ਇੱਕ ਪੇਜ ਹੈਗਾ ਉਹ ਆਸਟ੍ਰੇਲੀਆ ਤੇ ਲਿਮਿਟਡ ਜਾਂ ਰਿਸਟ੍ਰਿਕਟਡ ਨਹੀਂ ਹੋਊਗਾ। ਜੇ ਤੁਸੀਂ ਚੈੱਕ ਕਰੋਗੇ, ਅਸੀਂ ਹਰਦੀਪ ਜੀ ਇਸ ਵੀਡੀਓ ਦੇ ਨੀਚੇ ਉਹਦਾ ਇੱਕ ਲਿੰਕ ਵੀ ਜਿਹੜਾ ਹੈਗਾ ਉਹ ਸ਼ੇਅਰ ਕਰ ਦਾਂਗੇ ਤਾਂ ਕਿ ਇਟ ਵਿਲ ਬੀ ਈਜ਼ੀ ਫॉर एवरीबॉडी ਟੂ ਐਕਸੈਸ ਦੈਟ ਐਸ ਵੈਲ। ਤੇ ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਆਪਣੀ ਜਿੰਨੀ ਬਣਦੀ ਮਦਦ ਹੈਗੀ ਆ ਜ਼ਰੂਰ ਕਰੋ। ਦੁਆਵਾਂ ਜਿਹੜੀਆਂ ਨੇ ਜੋ ਇਸ ਵਕਤ ਦੀਆਂ ਲੱਗਦੀਆਂ, ਉਹ ਕਿਹੜਾ ਕਹਿ ਲਓ ਕਿ ਜਦੋਂ ਕੋਈ ਭਾਣਾ ਵਰਤਣਾ ਹੁੰਦਾ ਉਹਨੂੰ ਰੋਕ ਲੈਂਦੀਆਂ ਨੇ ਦੁਆਵਾਂ। ਦੁਆਵਾਂ ਸਭ ਤੋਂ ਵੱਡਾ ਇੱਕ ਹਥਿਆਰ ਹੈ ਤੁਹਾਡੇ ਤੱਕ ਤੱਤੀਆਂ ਹਵਾਵਾਂ ਨੂੰ ਰੋਕਣ ਦਾ। ਦੁਆਵਾਂ ਲਓ, ਇਸ ਟਾਈਮ ਦੁਆਵਾਂ ਦੀ ਲੋੜ ਹੈ। ਜੇ ਇਸ ਤਰੀਕੇ ਨਾਲ ਮਿਲਦੀਆਂ ਨੇ ਕਿਸੇ ਦੇ ਕਾਲਜੇ, ਅਸੀਂ ਜੇ ਥੋੜੀ ਜਿਹੀ ਵੀ ਇੱਕ ਠੰਡ ਵਰਡ ਨਹੀਂ ਮੈਂ ਕਹੂੰਗੀ ਪਰ ਇੱਕ ਰਾਹਤ ਪਾ ਸਕੀਏ ਤਾਂ ਕਿਉਂ ਨਾ ਕਰੀਏ। ਹਰਦੀਪ ਜੀ ਤੁਹਾਡੇ ਨਾਲ ਅਸੀਂ ਗੋ ਫੰਡ ਵਾਲੀ ਇੱਕ ਤੁਹਾਡੀ ਅਪੀਲ ਤੇ ਵੀ ਜੁੜੇ ਆ, ਤੁਹਾਡੇ ਨਾਲ ਅਸੀਂ ਵੀਜ਼ਾ ਵਾਲੀ ਅਪੀਲ ਤੇ ਵੀ ਤੁਹਾਡੇ ਜੁੜੇ ਆ, ਤੇ ਜਿਹੜੀ TAC ਵਾਲੇ ਜਿਹੜੇ ਲੂਪ ਹੋਲਸ ਨੇ ਉਸ ਤੇ ਵੀ ਜੁੜੇ ਆ। ਤਿੰਨੋਂ ਚੀਜ਼ਾਂ ਤੇ ਅਸੀਂ ਤੁਹਾਡੇ ਨਾਲ ਮਦਦ ਕਰਨ ਲਈ ਜੁੜੇ ਆ। ਤਿੰਨੋਂ ਚੀਜ਼ਾਂ ਜੈਨੂਇਨ ਹੈ, ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇਕੱਠੀਆਂ ਹੋ ਕੇ स्पेशली TAC वाली इन फ्यूचर बहुत
ਲੋਕਾਂ ਦੀ, ਬਹੁਤ ਫੈਮਲੀਜ਼ ਦੀ ਮਦਦ ਕਰ ਸਕਦੀ ਹੈ। ਇਸ ਟਾਈਮ ਤਿੰਨੋਂ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਹਰਦੀਪ ਜੀ ਲਈ ਜਾਂ ਉਹਨਾਂ ਦੀ ਫੈਮਿਲੀ ਲਈ ਨਹੀਂ, ਇਹ ਅਸੀਂ ਜਦੋਂ ਇੱਥੇ ਆ ਜਾਂਦੇ ਹਾਂ, ਉੱਥੇ ਕੀ ਪੰਜਾਬ, ਕੀ ਦਿੱਲੀ, ਕੀ ਕਰਨਾਟਕਾ, ਕੀ ਕੇਰਲਾ, ਉਹ ਸਾਰੇ ਜਿਹੜੀਆਂ ਇੱਕ ਸਰਹੱਦਾਂ ਨੇ ਉਹ ਡਿਫਿਊਜ਼ ਹੋ ਜਾਂਦੀਆਂ ਨੇ। ਇੱਥੇ ਸਾਰਿਆਂ ਦੇ ਦੁੱਖ ਸਾਂਝੇ, ਸਾਰਿਆਂ ਦੇ ਸੁੱਖ ਸਾਂਝੇ। ਤਾਂ ਉਸ ਘੜੀ ਨੂੰ, ਉਸ ਚੀਜ਼ ਨੂੰ ਦਿਲ ਤੇ ਮਹਿਸੂਸ ਕਰੋ ਤੇ ਮਦਦ ਲਈ ਜ਼ਰੂਰ ਆਓ। ਮੇਰੇ ਵੱਲੋਂ ਰਿਕੁਐਸਟ ਹੈ, ਹਰਦੀਪ ਜੀ ਵੱਲੋਂ ਰਿਕੁਐਸਟ ਹੈ। Thank you very much. Thank you. बड़ा बड़ा and everyone who has even prayed for us. Thank you very. That is what I can say. That is the least I can do. Thank you.